Good morning. Welcome to Plus One class of Government Senior Secondary Smart School CK. This is your English lecturer Seema Gandhi. I welcome you all. Today we will do a new chapter from section C, The Tiger in the Tunnel, written by Justin Bond. The Tiger in the Tunnel is written by Rustin Bond. टाइगर इन द टनल कहानी रस्किन बॉन्ड ਵੱਲੋਂ ਲਿਖੀ ਗਈ ਹੈ। ही इज़ राइटर ऑफ शॉर्ट स्टोरीज एंड नॉवल्स। लेखक अंग्रेजी ਵਿੱਚ नावल ਤੇ ਛੋਟੀਆਂ ਕਹਾਣੀਆਂ ਲਿਖਦਾ ਹੈ। This is the story of a man facing bravely a tiger in a railway tunnel। ਇਹ ਇੱਕ ਅਜਿਹੇ ਆਦਮੀ ਦੀ ਕਹਾਣੀ ਹੈ ਜੋ ਸੁਰੰਗ ਵਿੱਚ ਚੀਤੇ ਦਾ ਸਾਹਮਣਾ ਬੜੀ ਬਹਾਦਰੀ ਨਾਲ ਕਰਦਾ ਹੈ। He himself is killed by the tiger in an encounter। ਉਹ ਇਸ ਮੁਕਾਬਲੇ ਵਿੱਚ ਆਪ ਮਾਰਿਆ ਜਾਂਦਾ ਹੈ। His son is filled with grief over his father's death। ਉਸ ਦਾ ਲੜਕਾ ਆਪਣੇ ਪਿਤਾ ਦੀ ਮੌਤ ਤੇ ਬਹੁਤ ਦੁਖੀ ਹੈ। But he decides to face life bravely। ਪਰ ਉਹ ਇਸ ਦੁੱਖ ਨੂੰ ਆਪਣੇ ਤੇ ਹਾਵੀ ਨਹੀਂ ਹੋਣਾ ਚਾਹੁੰਦਾ ਅਤੇ ਜ਼ਿੰਦਗੀ ਦਾ ਬਹਾਦਰੀ ਨਾਲ ਸਾਹਮਣਾ ਕਰਨ ਦਾ ਫੈਸਲਾ ਕਰਦਾ ਹੈ। ਬਲਦੇਵ was a watchman at a small station। ਬਲਦੇਵ ਇੱਕ ਛੋਟੇ ਜਿਹੇ ਸਟੇਸ਼ਨ ਤੇ ਚੌਕੀਦਾਰ ਸੀ। It was backed by a heavy jungle। ਇਸ ਤੇ ਆਲੇ ਦੁਆਲੇ ਸੰਘਣਾ ਜੰਗਲ ਸੀ। It was a station in name only। ਇਹ ਸਿਰਫ ਇੱਕ ਨਾਂ ਦਾ ਹੀ ਸਟੇਸ਼ਨ ਸੀ। The train stopped there for a few seconds before entering the tunnel। ਸੁਰੰਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਗੱਡੀਆਂ ਕੁਝ ਸੈਕਿੰਡ ਲਈ ਰੁਕਦੀਆਂ ਸਨ। Baldev's main duty was to signal that tunnel was clear of every obstruction। ਬਲਦੇਵ ਦਾ ਮੁੱਖ ਕੰਮ ਗੱਡੀ ਨੂੰ ਇਸ਼ਾਰਾ ਦੇਣਾ ਸੀ ਕਿ ਸੁਰੰਗ ਹਰ ਤਰ੍ਹਾਂ ਦੀ ਰੁਕਾਵਟ ਤੋਂ ਮੁਕਤ ਸੀ। At night it was his duty to see that the lamp was burning।
ਰਾਤ ਵੇਲੇ ਉਸਦਾ ਕੰਮ ਇਹ ਵੇਖਣਾ ਸੀ ਕਿ ਇਸ਼ਾਰਾ ਦੇਣ ਵਾਲਾ ਲੈਂਪ ਜਲ ਰਿਹਾ ਸੀ। It was midnight. ਅੱਧੀ ਰਾਤ ਦਾ ਸਮਾਂ ਸੀ। A long distance mail train was due to come. ਦੂਰ ਤੋਂ ਆਉਣ ਵਾਲੀ ਡਾਕ ਗੱਡੀ ਦੇ ਆਉਣ ਦਾ ਸਮਾਂ ਹੋ ਗਿਆ ਸੀ। The chill air made everyone to shiver. ਰਾਤ ਦੀ ਠੰਡ ਹਰ ਇੱਕ ਨੂੰ ਕੰਬਾ ਦਿੰਦੀ ਸੀ ਜਾਂ ਹਰ ਇੱਕ ਕੋਈ ਠੰਡ ਵਿੱਚ ਕੰਬਣ ਨੂੰ ਮਜਬੂਰ ਸੀ। Tembu, Baldev's 12-year-old son, was sleeping in the hut. Tembu, ਜਿਹੜਾ ਕਿ ਬਲਦੇਵ ਦਾ 12 ਸਾਲ ਦਾ ਪੁੱਤਰ ਸੀ, ਝੌਂਪੜੀ ਵਿੱਚ ਸੋ ਰਿਹਾ ਸੀ। He occasionally used to come to help his father. ਉਹ ਕਦੀ-ਕਦੀ ਆਪਣੇ ਪਿਤਾ ਦੀ ਮਦਦ ਕਰਨ ਵਾਸਤੇ ਆ ਜਾਂਦਾ ਸੀ। His mother and small sister remained alone at home. ਉਸਦੀ ਮਾਂ ਅਤੇ ਛੋਟੀ ਭੈਣ ਦੋਵੇਂ ਘਰ ਇਕੱਲੀਆਂ ਰਹਿ ਰਹੀਆਂ ਸਨ ਜਾਂ ਇਕੱਲੀਆਂ ਰਹਿੰਦੀਆਂ ਸਨ। They lived in a small tribal village. ਉਹ ਇੱਕ ਛੋਟੇ ਜਿਹੇ ਕਬੀਲੇ ਵਿੱਚ ਇੱਕ ਪਿੰਡ 'ਚ ਰਹਿੰਦਾ ਸੀ। 3 miles away from the station, ਜਿਹੜਾ ਕਿ ਸਟੇਸ਼ਨ ਤੋਂ 3 ਮੀਲ ਦੀ ਦੂਰੀ 'ਤੇ ਸੀ। They did not get much from their rice field. ਚਾਵਲ ਦੇ ਖੇਤ, ਝੋਨੇ ਦੇ ਖੇਤ ਵਿੱਚੋਂ ਉਸਨੂੰ ਜ਼ਿਆਦਾ ਕਮਾਈ ਨਹੀਂ ਹੁੰਦੀ ਸੀ। ਬਲਦੇਵ was lucky to get job of ਖਲਾਸੀ। ਬਲਦੇਵ ਕਿਸਮਤ ਵਾਲਾ ਸੀ ਕਿ ਉਸਨੂੰ ਖਲਾਸੀ ਦੀ ਨੌਕਰੀ ਮਿਲ ਗਈ। ਬਲਦੇਵ got up and came out of his hut. ਬਲਦੇਵ ਉੱਠਿਆ, ਝੌਂਪੜੀ ਵਿੱਚੋਂ ਬਾਹਰ ਆਇਆ। ਟੈਂਬੂ was sleeping there. ਟੈਂਬੂ ਉੱਥੇ ਹੀ ਸੋ ਰਿਹਾ ਸੀ। ਬਲਦੇਵ was on his way to check if the signal post was still alight. ਬਲਦੇਵ ਆਪਣੇ ਰਸਤੇ 'ਤੇ ਤੁਰ ਪਿਆ ਇਹ ਚੈੱਕ ਕਰਨ ਵਾਸਤੇ ਕੀ ਸਿਗਨਲ 'ਤੇ ਲਾਈਟ ਸੀ ਜਾਂ ਕੀ ਸਿਗਨਲ ਦਾ ਲੈਂਪ ਅਜੇ ਚੱਲ ਰਿਹਾ ਸੀ, ਜਗ ਰਿਹਾ ਸੀ। He walked confidently. ਉਹ ਪੂਰੇ ਭਰੋਸੇ ਨਾਲ ਆਤਮ ਵਿਸ਼ਵਾਸ ਨਾਲ ਤੁਰ ਪਿਆ। Being a tribal himself, ਆਪ ਕਬੀਲੇ ਨਾਲ ਸੰਬੰਧਿਤ ਹੋਣ ਕਰਕੇ he was used to the jungle and its ways. ਉਸਨੂੰ ਜੰਗਲ ਤੇ ਉਸਦੇ ਤੌਰ ਤਰੀਕਿਆਂ ਬਾਰੇ, ਰਸਤਿਆਂ ਬਾਰੇ ਪਤਾ ਸੀ। Like his forefathers, ਆਪਣੇ ਪੂਰਵਜਾਂ ਦੀ ਤਰ੍ਹਾਂ he carried a small axe. ਉਹ ਇੱਕ ਛੋਟੀ ਜਿਹੀ ਕੁਹਾੜੀ ਆਪਣੇ ਕੋਲ ਰੱਖਦਾ ਸੀ। He could easily and neatly cut a tree with axe 3 or 4 swift strokes. ਉਹ ਬੜੀ ਆਸਾਨੀ ਨਾਲ ਤੇ ਸਫਾਈ ਨਾਲ ਕੁਹਾੜੀ ਦੇ 3 ਜਾਂ 4 ਵਾਰ ਦੇ ਨਾਲ ਇੱਕ ਦਰਖਤ ਕੱਟ ਲੈਂਦਾ ਸੀ।
He prided himself in his skill in wielding it against wild animals. ਜੰਗਲੀ ਜਾਨਵਰਾਂ ਨੂੰ ਮਾਰਨ ਦੇ ਲਈ ਆਪਣੀ ਨਿਪੁੰਨਤਾ ਵਿੱਚ ਉਹ ਮਾਣ ਮਹਿਸੂਸ ਕਰਦਾ ਸੀ। Once he had killed a young boar with it. ਇੱਕ ਵਾਰ ਉਸਨੇ ਇਸ ਦੇ ਨਾਲ ਇੱਕ ਜਵਾਨ ਸੂਰ ਨੂੰ ਮਾਰਿਆ ਸੀ। ਬਲਦੇਵ's axe was very special. ਬਲਦੇਵ ਦੀ ਐਕਸ ਕੁਹਾੜੀ ਬੜੀ ਖਾਸ ਸੀ। It was made of pure steel. ਇਹ ਸ਼ੁੱਧ ਸਟੀਲ ਦੀ ਬਣੀ ਹੋਈ ਸੀ। It was thin. ਇਹ ਪਤਲੀ ਸੀ। But ringing like a bell. ਪਰ ਘੰਟੀ ਦੀ ਤਰ੍ਹਾਂ ਖੜਕਦੀ ਸੀ। ਇਸ ਦੀ ਆਵਾਜ਼ ਘੰਟੀ ਦੀ ਖੜਕਣ ਦੀ ਤਰ੍ਹਾਂ ਸੀ। It had been made by his father over a charcoal fire. ਇਹ ਉਸਦੇ ਪਿਤਾ ਵੱਲੋਂ ਅੱਗ ਤੇ ਭੱਠੀ ਤੇ ਤਪਾ ਕੇ ਬਣਾਈ ਗਈ ਸੀ। Wherever he went, ਜਿੱਥੇ ਵੀ ਉਹ ਜਾਂਦਾ, the axe was part of himself. ਕੁਹਾੜੀ ਉਸਦਾ ਆਪਣਾ ਇੱਕ ਹਿੱਸਾ ਸੀ। An official offered him good money for this weapon, but he did not sell it. ਇੱਕ ਅਫਸਰ ਨੇ ਇਸ ਹਥਿਆਰ ਦੇ ਲਈ ਉਸਨੂੰ ਚੰਗੇ ਪੈਸੇ ਦੇਣ ਦਾ ਲਾਲਚ ਦਿੱਤਾ, but he did not sell it. ਪਰ ਉਸਨੇ ਇਸ ਨੂੰ ਨਹੀਂ ਵੇਚਿਆ। He reached at the entrance of the tunnel. ਉਹ ਸੁਰੰਗ ਦੇ ਪ੍ਰਵੇਸ਼ ਦੁਆਰ ਤੇ ਪਹੁੰਚਿਆ। The signal light was out. ਸਿਗਨਲ ਵਾਲਾ ਲੈਂਪ ਬੁਝ ਚੁੱਕਾ ਸੀ। He set to work to light the lamp. ਉਹ ਲੈਂਪ ਬਾਲਣ ਵਾਸਤੇ ਕੰਮ ਤੇ ਲੱਗ ਗਿਆ। The mail train was due in 5 minutes. ਡਾਕ ਗੱਡੀ 5 ਮਿੰਟਾਂ ਵਿੱਚ ਪਹੁੰਚਣ ਵਾਲੀ ਸੀ। Having done this, he walked quickly down the tunnel, swinging his lamp. ਇਸ ਕੰਮ ਨੂੰ ਨਿਪਟਾ ਕੇ ਉਹ ਜਲਦੀ ਨਾਲ ਆਪਣਾ ਲੈਂਪ ਹਿਲਾਉਂਦਾ ਹੋਇਆ ਸੁਰੰਗ ਵੱਲ ਚੱਲ ਪਿਆ। He returned to the entrance and sat down to wait for the train. ਉਹ ਵਾਪਸ ਸੁਰੰਗ ਦੇ ਪ੍ਰਵੇਸ਼ ਦੁਆਰ ਤੇ ਬੈਠ ਕੇ ਗੱਡੀ ਦਾ ਇੰਤਜ਼ਾਰ ਕਰਨ ਲੱਗ ਪਿਆ। Suddenly, he heard the grunting sound from the top of the cutting. ਅਚਾਨਕ ਉਸਨੇ ਸੁਰੰਗ ਦੇ ਉੱਪਰੋਂ ਗੁਰਾਉਣ ਦੀ ਆਵਾਜ਼ ਸੁਣੀ। Only a tiger could emit such a sound. ਚੀਤਾ ਹੀ ਅਜਿਹੀ ਆਵਾਜ਼ ਕੱਢ ਸਕਦਾ ਸੀ। He grasped his axe firmly. ਉਸਨੇ ਮਜ਼ਬੂਤੀ ਨਾਲ ਆਪਣੀ ਕੁਹਾੜੀ ਨੂੰ ਪਕੜ ਲਿਆ। After a minute, a tiger was coming towards him. ਇੱਕ ਮਿੰਟ ਬਾਅਦ ਉਸਨੇ ਦੇਖਿਆ ਕਿ ਚੀਤਾ ਉਸ ਵੱਲ ਆ ਰਿਹਾ ਸੀ। His eyes shone for brilliant green. ਉਸਦੀਆਂ ਅੱਖਾਂ ਹਰੀਆਂ ਅੱਖਾਂ ਬਹੁਤ ਤੇਜ਼ ਚਮਕ ਰਹੀਆਂ ਸਨ। Flight was useless. ਭੱਜਣਾ ਬੇਕਾਰ ਸੀ। The tiger would be more sure-footed than Baldev. ਬਲਦੇਵ ਨਾਲੋਂ ਚੀਤਾ ਜ਼ਿਆਦਾ ਮਜ਼ਬੂਤ ਪੈਰਾਂ ਵਾਲਾ ਹੋਵੇਗਾ। It had been preying on people for years. ਉਹ ਕਈ ਸਾਲਾਂ ਤੋਂ ਲੋਕਾਂ ਦਾ ਸ਼ਿਕਾਰ ਕਰ ਰਿਹਾ ਸੀ। It came on fearlessly and with a run struck out its right paw.
ਉਹ ਚੁਸਤੀ ਉਹ ਨਿਡਰਤਾ ਨਾਲ ਅੱਗੇ ਵਧਿਆ ਤੇ ਉਸਨੇ ਦੌੜ ਕੇ ਆਪਣੇ ਸੱਜੇ ਪੈਰ ਨਾਲ ਬਲਦੇਵ ਤੇ ਹਮਲਾ ਕੀਤਾ। ਬਲਦੇਵ ਵਾਜ਼ ਰੈਡੀ। ਬਲਦੇਵ ਤਿਆਰ ਸੀ। ਵਿਦ ਐਨ ਐਜਾਈਲ ਲੀਪ ਹੀ ਅਵੋਇਡਡ ਦਾ ਪਾ। ਉਹ ਚੁਸਤੀ ਨਾਲ ਛਾਲ ਮਾਰ ਕੇ ਇਸ ਹਮਲੇ ਤੋਂ ਬਚ ਗਿਆ। The tiger gave a roar and attacked again. ਚੀਤੇ ਨੇ ਫੇਰ ਦੁਬਾਰਾ ਜ਼ੋਰ ਦੀ ਦਹਾੜਿਆ ਤੇ ਉਸਨੇ ਫਿਰ ਹਮਲਾ ਕੀਤਾ। Baldev drove his axe with aim, almost spearing his leg. ਬਲਦੇਵ ਨੇ ਨਿਸ਼ਾਨਾ ਲਗਾ ਕੇ ਕੁਹਾੜੀ ਨਾਲ ਲਗਭਗ ਚੀਤੇ ਦੀ ਲੱਤ ਕੱਟ ਦਿੱਤੀ। To make the matters worse, the axe remained stuck in the bone and he was left without a weapon. ਪਰ ਮਾੜੀ ਕਿਸਮਤ, ਕੁਹਾੜੀ ਚੀਤੇ ਦੀ ਹੱਡੀ ਵਿੱਚ ਹੀ ਫਸੀ ਰਹੀ ਅਤੇ ਬਲਦੇਵ ਹਥਿਆਰਹੀਣ ਹੋ ਗਿਆ। The tiger, roaring with pain, sprang upon Baldev, bringing him down and tearing his body. ਟਾਈਗਰ ਚੀਤਾ ਦਰਦ ਨਾਲ ਗਰਜਦਾ ਹੋਇਆ ਛਾਲ ਮਾਰ ਕੇ ਬਲਦੇਵ ਉੱਪਰ ਚੜ੍ਹ ਗਿਆ ਅਤੇ ਉਸਦਾ ਸਰੀਰ ਪਾੜ ਦਿੱਤਾ। ਇਟ ਵਾਜ਼ ਆਲ ਓਵਰ। ਸਭ ਕੁਝ ਖਤਮ ਹੋ ਚੁੱਕਾ ਸੀ। ਐਜ਼ ਦ ਟ੍ਰੇਨ ਰੀਚਡ ਨੀਅਰ ਦਾ ਟਨਲ, ਜਿਉਂ ਹੀ ਗੱਡੀ ਸੁਰੰਗ ਦੇ ਨੇੜੇ ਪਹੁੰਚੀ, ਦਾ ਵੂੰਡਿਡ ਟਾਈਗਰ ਆਲਸੋ ਐਂਟਰਡ ਇਨ ਇਟ। ਜ਼ਖਮੀ ਚੀਤਾ ਵੀ ਉਸ ਦੇ ਅੰਦਰ ਚਲਾ ਗਿਆ। ਹੀ ਰੈਨ ਐਜ਼ ਫਾਸਟ ਐਜ਼ ਹਿਜ਼ ਵੂੰਡਿਡ ਲੈਗ ਵੁੱਡ ਕੈਰੀ ਹਿਮ। ਉਹ ਆਪਣੀ ਜ਼ਖਮੀ ਲੱਤ ਨਾਲ ਜਿੰਨਾ ਤੇਜ਼ ਦੌੜ ਸਕਦਾ ਸੀ ਦੌੜਿਆ। ਐਟ ਦ ਨੈਕਸਟ ਸਟੇਸ਼ਨ, ਅਗਲੇ ਸਟੇਸ਼ਨ ਤੇ, ਦ ਡਰਾਈਵਰ ਸਟਾਪਡ ਦ ਟ੍ਰੇਨ ਟੂ ਵਾਟਰ ਦਾ ਇੰਜਨ। ਡਰਾਈਵਰ ਨੇ ਇੰਜਨ ਵਿੱਚ ਪਾਣੀ ਪਾਉਣ ਲਈ ਗੱਡੀ ਰੋਕੀ। He was surprised to see just above the cow catcher lay the major portion of the tiger cut in half by the engine. ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਨੇ ਗੱਡੀ ਦੇ ਛੱਜੇ ਤੇ ਇੰਜਨ ਨਾਲ ਕੱਟਿਆ ਹੋਇਆ ਚੀਤੇ ਦਾ ਸਰੀਰ ਵੇਖਿਆ। Back at the station, Tembu was weeping over the dead body of his father. ਪਿੱਛੇ ਛੋਟੇ ਜਿਹੇ ਸਟੇਸ਼ਨ ਤੇ ਟੈਂਬੂ ਆਪਣੇ ਪਿਤਾ ਦੀ ਮ੍ਰਿਤਕ ਸਰੀਰ ਤੇ ਰੋ ਰਿਹਾ ਸੀ। He sat there for a long time. ਉਹ ਉੱਥੇ ਲੰਬਾ ਸਮਾਂ ਤੱਕ ਬੈਠਾ ਰਿਹਾ। He was not afraid of darkness. ਉਸਨੂੰ ਹਨੇਰੇ ਤੋਂ ਡਰ ਨਹੀਂ ਲੱਗਦਾ ਸੀ। He was guarding the body of his father against the jackals and hyenas. ਉਹ ਆਪਣੇ ਪਿਤਾ ਦੇ ਮ੍ਰਿਤਕ ਸਰੀਰ ਦੀ ਗਿੱਦੜਾਂ ਤੇ ਮਾਂਸਖੋਰੇ ਜਾਨਵਰਾਂ ਤੋਂ ਰਖਵਾਲੀ ਕਰ ਰਿਹਾ ਸੀ। He continued to sit there till morning. ਉਹ ਉੱਥੇ ਸਵੇਰ ਤੱਕ ਬੈਠਾ ਰਿਹਾ। For 2 full days, Tembu, his mother and sister were plunged in grief. 2 ਦਿਨਾਂ ਤੱਕ ਟੈਂਬੂ, ਉਸਦੀ ਮਾਤਾ, ਉਸਦੀ ਭੈਣ ਦੁੱਖ ਦੇ ਵਿੱਚ ਡੁੱਬੇ ਰਹੇ। Life had to go on. ਜ਼ਿੰਦਗੀ ਚਲਦੀ ਜਾਣੀ ਹੈ। A living had to be made. ਕਮਾਈ ਕਰਨ ਲਈ ਕੰਮ ਕਰਨਾ ਪੈਂਦਾ ਹੈ। All the responsibility now fell on Tembu. ਤੇ ਹੁਣ ਸਾਰੀ ਜ਼ਿੰਮੇਵਾਰੀ ਟੈਂਬੂ ਤੇ ਆ ਗਈ ਸੀ। After 3 nights, 3 ਰਾਤਾਂ ਬਾਅਦ, he was at the entrance of the tunnel to light the signal lamp. ਉਹ ਸੁਰੰਗ ਦੇ ਪ੍ਰਵੇਸ਼ ਦੁਆਰ ਤੇ
ਸਿਗਨਲ ਵਾਲਾ ਲੈਂਪ ਜਲਾ ਰਿਹਾ ਸੀ। ਟੈਂਬੂ was sitting in the darkness. ਟੈਂਬੂ ਹਨੇਰੇ ਵਿੱਚ ਬੈਠਾ ਹੋਇਆ ਸੀ। He was waiting for the train to pass safely. ਉਹ ਗੱਡੀ ਦੇ ਸੁਰੱਖਿਅਤ ਢੰਗ ਨਾਲ ਲੰਘ ਜਾਣ ਦੀ ਇੰਤਜ਼ਾਰ ਕਰ ਰਿਹਾ ਸੀ। There was nothing to be afraid of. ਉਸਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀ। His father killed the tiger. ਉਸਦੇ ਪਿਤਾ ਨੇ ਚੀਤੇ ਨੂੰ ਮਾਰਿਆ। He had his father's axe with him. ਉਸਦੇ ਪਿਤਾ ਦੀ ਕੁਹਾੜੀ ਉਸ ਕੋਲ ਸੀ। He knew how to use it. ਤੇ ਉਹ ਇਸ ਨੂੰ ਕਿਵੇਂ ਚਲਾਉਣਾ ਹੈ ਜਾਣਦਾ ਸੀ। So this is the glossary of the chapter difficult words with their meanings in Punjabi. Note down these words: chill, ठंड, curve, मोड़, signal, इशारा देना, obstruction, रुकावट, entrance, प्रवेश द्वार, ट्राइबल, कबीला, खलासी, खलासी, एक्स, कुहाड़ी, एनकाउंटर, मुकाबला, फ्रेजाइल, नाजुक, डेडली, जानलेवा, बोर, जंगली सूर, स्विफ्टली, तेजी नाल, सॉन, कटिया होया, प्राइडिड, मान करना, स्विंगिंग, हिलदा होया, ग्रैस, पकड़ना, शो फुटेड, मजबूत पैरा नाल, प्रेइंग, शिकार करना, स्विरिंग, लगभग कट देना। काउ कैचर, इंजन के सामने सज्जा, जैकल, गिद्दर, हिनार, मार्क फॉर ए जानवर। So students, hope you have understood this chapter very clearly. I will send you PDF of question answers and note down all those questions in your notebook. Thank you for watching. Have a nice day. The next is cow catcher, इंजन सामने सज्जा, जैकल, गिद्दर, हिनार, मार्क करे, जान। So I hope, my dear students, you all have understood the chapter. Thank you for watching this video. Have a nice day. Stay safe. Stay happy.